ਨਮਸਕਾਰ, ਓਮ ਸ਼ਾਂਤੀ ਤੇ ਨਾਲੇ ਸਤਿ ਸ੍ਰੀ ਅਕਾਲ। ਅੱਜ ਫਿਰ ਅਸੀਂ ਤੁਹਾਡੇ ਇਸ ਕਾਰਜਕ੍ਰਮ ਸਤਿਗੁਰੂ ਕਰਤਾ ਪੁਰਖ 'ਚ ਪਧਾਰੇ ਹਾਂ। ਅਸੀਂ ਆਪਣੇ ਭਾਈ ਨਿਰਵੈਰ ਭਾਈ ਸਾਹਿਬ ਦੇ ਨਾਲ ਕੁਝ ਗੱਲਾਂ ਬਾਤਾਂ ਕਰੂੰਗੇ ਗਿਆਨ ਦੀ, ਯੋਗ ਦੀ, ਕਿ ਅਸੀਂ ਆਪਣੇ ਜੀਵਨ ਨੂੰ ਜੀਣੇ ਦਾ ਸਰਲ ਤਰੀਕਾ ਕਿੱਦਾਂ ਅਪਣਾਈਏ। ਆਈਏ ਸਵਾਗਤ ਕਰਦੇ ਹਾਂ ਸਾਡੇ ਨਿਰਵੈਰ ਭਾਈ ਸਾਹਿਬ ਦਾ ਸਤਿਗੁਰੂ ਕਰਤਾ ਪੁਰਖ 'ਚ। ਭਾਈ ਸਾਹਿਬ ਸਤਿਗੁਰੂ ਕਰਤਾ ਪੁਰਖ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ। ਔਰ ਸਭ ਨੂੰ ਜਿਗਰੀ ਸਤਿ ਸ੍ਰੀ ਅਕਾਲ, ਓਮ ਸ਼ਾਂਤੀ ਜੀ। ਭਾਈ ਸਾਹਿਬ ਤੁਸੀਂ ਪਿਛਲੇ ਕੁਝ ਐਪੀਸੋਡ 'ਚ ਸਾਨੂੰ ਗਿਆਨ ਦੀ ਤੇ ਨਾਲੇ ਯੋਗ ਦੀ ਕੁਝ ਗੱਲਾਂ ਦੱਸੀ। ਮੈਂ ਯੋਗ ਦੇ ਬਾਰੇ 'ਚ ਤੁਹਾਡੇ ਵਰਗੋਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਯੋਗ ਜੇ ਹੈ ਸਾਡੀ ਆਤਮਾ ਨੂੰ ਸ਼ਕਤੀ ਦਿੰਦਾ ਜਾਂ ਆਤਮਾ ਦੀ ਸ਼ਕਤੀ ਜਾਗਰਿਤ ਕਰਦਾ? ਸੱਚਾਈ ਜੋ ਹੈ ਉਹ ਤੇ ਸਾਹਮਣੇ ਹੈ। ਅਗਰ ਆਤਮਾ ਦੀ ਆਪਣੀ ਹੀ ਸ਼ਕਤੀ ਉਜਾਗਰ ਕਰਨੀ ਹੁੰਦੀ ਤੇ ਆਪਣੇ ਆਪ ਕਰ ਲੈਂਦੇ। ਲੇਕਿਨ ਜਦੋਂ ਅਸੀਂ ਸਹਿਜ ਰਾਜ ਯੋਗ ਦੀ ਗੱਲ ਕਰਦੇ ਹਾਂ ਤੇ ਸਹਿਜ ਰਾਜ ਯੋਗ 'ਚ ਉਹਦਾ ਜਿਹੜਾ ਬੇਸਿਸ ਹੈ, ਆਧਾਰ ਹੈ, ਉਹਦੇ 'ਚ ਖਾਸ ਪਹਿਲੀ ਗੱਲ ਹੀ ਆਉਂਦੀ ਹੈ ਕਿ ਆਪਣੇ ਆਪ ਨੂੰ ਦੇਹ 'ਚ ਹੁੰਦਿਆਂ ਹੋਇਆਂ ਦੇਹ ਤੋਂ ਨਿਆਰੀ ਆਤਮਾ ਨਿਸ਼ਚੇ ਕਰਕੇ ਔਰ ਸਰਵ ਸ਼ਕਤੀਵਾਨ ਪਰਮਾਤਮਾ ਸ਼ਿਵ ਦੇ ਨਾਲ ਆਪਣਾ ਮਨ ਲਗਾਓ ਤੇ ਸ਼ਿਵ ਪਰਮਾਤਮਾ ਦੀ ਸ਼ਕਤੀ ਤੁਹਾਨੂੰ ਮਿਲੇ। ਸ਼ਿਵ ਸ਼ਕਤੀ ਐਵੇਂ ਹੀ ਨਾਂ ਨਹੀਂ ਪੈ ਗਿਆ ਤੁਹਾਡਾ। ਸ਼ਿਵ ਸ਼ਕਤੀ ਦਾ ਮਤਲਬ ਹੀ ਹੈ ਕਿ ਸ਼ਿਵ ਪਰਮਾਤਮਾ ਤੋਂ ਸ਼ਕਤੀ ਮਿਲਦੀ ਹੈ। ਪਰ ਕਦੋਂ ਮਿਲਦੀ ਹੈ? ਜਦੋਂ ਅਸੀਂ ਉਹਨਾਂ ਦੇ ਨਾਲ ਬੜੀ ਪਿਆਰ ਨਾਲ, ਬੜੇ ਜਿਗਰੀ ਕੀ ਕਹੀਏ, ਨਤਮਸਤਕ ਹੋ ਕਰਕੇ ਵੀ ਉਹਨਾਂ ਦੇ ਨਾਲ ਮਨ ਲਗਾਈਏ। ਸਰਵ ਸ਼ਕਤੀਵਾਨ ਪਰਮ ਪਿਤਾ ਪਰਮਾਤਮਾ ਦੇ ਨਾਲ ਜਦੋਂ ਮਨ ਲੱਗਦਾ ਈ ਤੇ ਉਹਨਾਂ ਦੀ ਸ਼ਕਤੀ ਆਤਮਾ ਨੂੰ ਫਿਰ ਸਸ਼ਕਤ ਕਰਦੀ ਹੈ, ਉਹਦੇ 'ਚ ਸ਼ਕਤੀ ਭਰਦੀ ਹੈ। ਜਦੋਂ ਤਾਈਂ ਉਹ ਗਿਆਨ ਨਹੀਂ ਉਸ ਚੀਜ਼ ਦਾ ਔਰ ਅਸੀਂ ਯਥਾਰਥ ਤਰੀਕੇ ਨਾਲ ਮਨ ਨਹੀਂ ਲਗਾਉਂਦੇ ਤੇ ਫਿਰ ਸ਼ਕਤੀ ਵੀ ਨਹੀਂ ਆਉਂਦੀ। ਫਿਰ ਆਤਮਾ ਦਾ ਮਨ ਜਿਹੜਾ ਈ ਉਹ ਭਟਕਦਾ ਰਹਿੰਦਾ ਈ, ਕਦੀ ਇੱਧਰ ਕਦੀ ਉੱਧਰ, ਇਹ ਗੱਲ ਉਹ ਗੱਲ। ਲੇਕਿਨ ਜਦੋਂ ਅਸੀਂ ਪਰਮਾਤਮਾ ਦੀ ਯਥਾਰਥ ਜਾਣਕਾਰੀ ਲੈ ਕਰਕੇ ਉਹਨਾਂ ਦੇ ਸਰੂਪ, ਜੋਤੀ ਸਰੂਪ ਪਰਮਾਤਮਾ, ਔਰ ਫਿਰ ਉਹਨਾਂ ਦੇ ਗੁਣ ਕਿ ਉਹ ਸਰਵ ਸ਼ਕਤੀਵਾਨ ਹੈ, ਉਹ ਗਿਆਨ ਦਾ ਸਾਗਰ ਹੈ, ਉਹ ਪ੍ਰੇਮ ਦਾ ਸਾਗਰ ਹੈ, ਉਹ ਆਨੰਦ ਦਾ ਸਾਗਰ ਹੈ, ਪਤਿਤ ਪਾਵਨ ਹੈ। ਤੇ ਆਤਮਾ ਕਲਯੁਗ ਦੇ ਅੰਤ 'ਤੇ ਸਭ ਜਾਣਦੇ ਹੈ, ਪ੍ਰਾਰਥਨਾ ਕਰਦੇ ਰਹਿੰਦੇ ਹੈ। ਆਪਣੀ ਜਿਹੜੀ ਪਾਵਨ ਸਥਿਤੀ 'ਚ ਨਹੀਂ ਹੈਗੀ ਹੈ, ਮੈਂ ਉਹਨੂੰ ਆਪਣੇ ਢੰਗ ਨਾਲ ਕਹਿ ਰਿਹਾ ਹਾਂ। ਮੈਂ ਕਹਾਂ ਕਿ ਪਤਿਤ ਆਤਮਾ ਤਾਂ ਤੁਹਾਨੂੰ ਅੱਛਾ ਨਹੀਂ ਲੱਗੇਗਾ, ਲੇਕਿਨ ਆਪਣੀ ਜਿਹੜੀ ਅਸਲੀ ਪਾਵਨ ਸਥਿਤੀ ਆ ਉਹਦੇ 'ਚ ਨਾ ਹੋਣ ਕਰਕੇ ਪਰਮਾਤਮਾ ਪਿਤਾ ਨੂੰ ਯਾਦ ਕਰੀਦਾ ਈ, ਉਹਨਾਂ ਦੇ ਨਾਲ ਮਨ ਲਗਾਈਦਾ ਈ, ਜਿਹਨੂੰ ਕਿਹਾ ਜਾਂਦਾ ਈ ਸਹਿਜ ਰਾਜ ਯੋਗ। ਔਰ ਸਹਿਜ ਰਾਜ ਯੋਗ ਦੇ ਜ਼ਰੀਏ ਆਤਮਾ 'ਚ ਫਿਰ ਉਹ ਸ਼ਕਤੀ ਆ ਜਾਂਦੀ ਹੈ। ਉਹਨਾਂ ਦੀ ਜਿਹੜੀ ਲਾਈਟ ਹੈ, ਉਹਨਾਂ ਦੀ ਜਿਹੜੀ ਮਾਈਟ ਹੈ, ਉਹ ਵਾਪਸ ਸਾਨੂੰ ਮਿਲਦੀ ਹੈ ਔਰ ਫਿਰ ਆਤਮਾ ਸ਼ਕਤੀਸ਼ਾਲੀ ਬਣ ਜਾਂਦੀ ਹੈ। ਇਹ ਜ਼ਰੂਰ ਹੈ ਕਿ ਆਹਿਸਤਾ ਆਹਿਸਤਾ ਸ਼ਿਵ ਪਰਮਾਤਮਾ ਸਭ ਬੱਚਿਆਂ ਨੂੰ ਇਹੀ ਕਹਿੰਦੇ ਨੇ, ਤੁਸੀਂ ਬਾਪ ਸਮਾਨ ਬਣੋ, ਬਾਪ ਸਮਾਨ ਬਣੋ। ਤੇ ਬਾਪ ਸਮਾਨ ਕਿਸ ਤਰ੍ਹਾਂ ਬਣੀਏ?
ਜਿੰਨਾ ਅਸੀਂ ਮਨ ਉਹਨਾਂ ਦੇ ਨਾਲ ਲਗਾਵਾਂਗੇ, ਜਿੰਨਾ ਆਪਣੇ ਆਪ ਨੂੰ ਆਪਣੇ ਦਿਲ ਤੋਂ ਸਰੈਂਡਰ ਕਰਾਂਗੇ ਸ਼ਿਵ ਬਾਬਾ ਦੇ ਤਰਫ, ਤਾਂ ਉਹ ਸਾਰੀ ਲਾਈਟ ਔਰ ਮਾਈਟ ਪਰਮਾਤਮਾ ਦੀ ਸਾਨੂੰ ਮਿਲੇਗੀ ਅਤੇ ਆਤਮਾ ਤਾਂ ਹੀ ਸ਼ਕਤੀਸ਼ਾਲੀ ਬਣ ਸਕਦੀ। ਜੀ, ਜਿੱਦਾਂ ਅਸੀਂ ਬੋਲਦੇ ਕਿ ਆਤਮਾ 'ਚ ਅੱਛੇ ਬੁਰੇ ਸੰਸਕਾਰ ਹੁੰਦੇ, ਤਾਂ ਕਿਆ ਆਤਮਾ 'ਚ ਅੱਛੀ ਬੁਰੀ ਸ਼ਕਤੀਆਂ ਵੀ ਹੁੰਦੀ? ਇਹ ਅੰਡਰਸਟੂਡ ਹੈ। ਅੱਛੇ ਸੰਸਕਾਰ ਜਿਹੜੇ ਹੈ ਉਹਦੇ ਫਲਸਵਰੂਪ ਅੱਛੀ ਸ਼ਕਤੀ ਹੋਏਗੀ, ਜੀ ਔਰ ਅਗਰ बुरे संस्कार है तो बुराई ਦੀ ਸ਼ਕਤੀ ਹੋਏਗੀ। ਫਿਰ ਲੇਕਿਨ ਜਿੱਦਾਂ ਬੋਲਦੇ ਕਿ ਇੱਕ ਬੁਰੀ ਆਤਮਾ ਹੈ, ਉਹ ਉਹਦੇ ਅੰਦਰ ਪ੍ਰਵੇਸ਼ ਕਰ ਗਈ, ਉਸ ਨੂੰ ਕਿਆ ਬੋਲਗੇ, ਉਹ ਵੀ ਸ਼ਕਤੀ ਹੈ ਜਾਂ ਨਹੀਂ? ਉਹ ਆਤਮਾ ਪ੍ਰਵੇਸ਼ ਕਰਦੀ ਹੈ, ਇਹ ਅਸੀਂ ਸੁਣਦੇ ਆਂ। ਜੀ ਕੋਈ ਆਤਮਾ ਹੁੰਦੀ ਹੈ ਜਿਹੜੀ ਬਹੁਤ ਅੱਛੀ ਹੁੰਦੀ ਹੈ, ਜ਼ਰੂਰੀ ਨਹੀਂ ਕਿ ਜੋ ਆਤਮਾ ਪ੍ਰਵੇਸ਼ ਕਰੇ ਉਹ ਖਰਾਬ ਹੀ ਹੁੰਦੀ ਹੈ, ਇਸ ਤਰ੍ਹਾਂ ਨਹੀਂ ਹੈ। ਬੜੀ ਸ਼ਾਲੀਨਤਾ ਵਾਲੀ, ਬੜੀ ਸ਼ਾਂਤੀ ਪ੍ਰਿय, ਬੜੀ ਪ੍ਰੇਮ ਸਰੂਪ ਆਤਮਾ ਵੀ ਕਦੀ ਕਦੀ ਪ੍ਰਵੇਸ਼ ਕਰਦੀ ਹੈ। ਉਹਦੇ ਕਈ ਕਾਰਨ ਹੁੰਦੇ ਹੈ। ਸਮਝੋ ਕੋਈ ਬਹੁਤ ਹੀ ਅੱਛੇ ਸੰਸਕਾਰ ਵਾਲਾ ਬੱਚਾ ਹੈ ਜਾਂ ਕੋਈ ਬੱਚੀ ਹੈ ਜਾਂ ਕੋਈ ਭੈਣ ਹੈ, ਕੋਈ ਭਾਈ ਹੈ, ਅਚਾਨਕ ਕੋਈ ਐਕਸੀਡੈਂਟ 'ਚ ਡੈਥ ਹੋ ਗਈ, ਤੇ ਉਹ ਆਤਮਾ ਦੇ ਸੰਸਕਾਰ ਤੇ ਅੱਛੇ ਸੀ ਨਾ, ਲੇਕਿਨ ਅਚਾਨਕ ਡੈਥ ਹੋ ਗਈ, ਤਾਂ ਉਹ ਆਤਮਾ ਜਦੋਂ ਤਾਈਂ ਦੁਬਾਰਾ ਉਹਨਾਂ ਨੂੰ ਫਿਰ ਜਨਮ ਮਿਲੇ, ਉਦੋਂ ਤਾਈਂ ਉਹ ਜਿਸ ਤਰ੍ਹਾਂ ਕਹਿੰਦੇ ਥੋੜ੍ਹੀ ਭਟਕਦੀ ਹੈ ਔਰ ਉਹ ਪ੍ਰਵੇਸ਼ ਕਰ ਸਕਦੀ ਹੈ। ਲੇਕਿਨ ਜ਼ਰੂਰੀ ਨਹੀਂ ਹੈ ਕਿ ਉਹ ਪ੍ਰਵੇਸ਼ ਕਰੇ ਤਾਂ ਕੋਈ ਤਕਲੀਫ ਦੇਗੀ, ਤਕਲੀਫ ਨਹੀਂ ਦਿੰਦੀ ਹੈ। ਪਰ ਜੋ ਕੋਈ ਐਸੇ ਵੀ ਹਨ ਜਿਨ੍ਹਾਂ ਨੇ ਬਹੁਤ ਹੀ ਇਸ ਦੁਨੀਆ 'ਚ ਮਾਰ ਕਾਟ, ਡਾਕਾ, ਚੋਰੀ, ਬਹੁਤ ਇਸ ਤਰ੍ਹਾਂ ਦੀ ਇਹ ਗੱਲਾਂ ਕੀਤੀਆਂ ਹੀ, ਔਰ ਇਹੋ ਜਿਹਾ ਕੋਈ ਆਦਮੀ ਪੁਲਿਸ ਐਨਕਾਊਂਟਰ 'ਚ ਮਾਰਿਆ ਜਾਂਦਾ ਹੀ, ਉਹਦੀ ਆਤਮਾ ਵੀ ਪਹਿਲੇ ਤੇ ਭਟਕਦੀ ਰਹੇਗੀ ਔਰ ਉਹ ਆਤਮਾ ਉਹ ਤੰਗ ਕਰੇਗੀ। ਫਿਰ ਜਿਸ ਦੇ ਵੀ ਤਨ 'ਚ ਪ੍ਰਵੇਸ਼ ਕਰੇਗੀ ਉਸ ਨੂੰ ਵੀ ਦੁਖੀ ਕਰੇਗੀ ਔਰ ਉਹਦੇ ਜ਼ਰੀਏ ਹੋਰਨਾਂ ਨੂੰ ਵੀ ਦੁਖੀ ਕਰੇਗੀ, ਉਹਨਾਂ ਦੇ ਲੌਕਿਕ ਰਿਸ਼ਤੇਦਾਰਾਂ ਨੂੰ ਔਰ ਮਿੱਤਰ ਸੰਬੰਧੀਆਂ ਨੂੰ, ਸਾਰਿਆਂ ਨੂੰ ਹੀ। ਅਤੇ ਇਹ ਹਿਸਾਬ ਕਿਤਾਬ ਬੜਾ ਮੁਸ਼ਕਿਲ ਹੈ ਜਾਣਨਾ। ਇਸ ਕਰਕੇ बाबा ने साफ किया, बच्चे इन सब बातों से मन हटाओ, अपने आप को पवित्र आत्मा, पावन आत्मा निश्चय करो और फिर शिव बाबा के साथ मन लगा करके अपना जो पुराना हिसाब किताब है उसनूं तुसी भस्म करो, ताकि तुहाडे नाल कोई ਇਹੋ ਜਿਹੀ आत्मा ਦਾ कोई संबंध ही ना रहे। क्योंकि ਜਦੋਂ ਤੁਸੀਂ आत्मा पावन बन जाएंगे तो ਤੁਹਾਡਾ ਕਿਸੇ ਦੇ ਨਾਲ भी कोई हिसाब किताब नहीं रहेगा। इस करके कोई ਤੁਹਾਨੂੰ दूसरी आत्मा आ करके प्रवेश करके तंग नहीं कर सकती। जी बिल्कुल जी। भाजी अगला प्रश्न है कि ਜਿਹੜੇ ਸਾਡੇ ਸਿਰ ਤੇ ਪਾਪਾਂ ਦਾ ਬੋਝ ਜਿਹੜਾ ਚੜਿਆ ਹੋਇਆ, ਉਹਦੀ ਪਹਿਚਾਨ ਕੀ ਹੈ, ਤੇ ਨਾਲੇ ਜਿਹੜੀ ਆਤਮਾ ਦਾ ਬੋਝਾ ਹੈ ਉਹ ਕਿਤਨੇ ਜਨਮਾਂ ਦਾ ਹੈ, ਕਿੱਦਾਂ ਅਸੀਂ ਦੂਰ ਕਰੀਏ ਆਤਮਾ ਦੇ ਜਿਹੜੇ ਪਾਪਾਂ ਦਾ ਬੋਝਾ ਚੜਿਆ ਉਹ ਕਿੱਦਾਂ ਦੂਰ ਕਰ ਸਕਦੇ ਅਸੀਂ? ਜਦੋਂ 63 ਜਨਮ ਤੋਂ, ਦੁਆਪਰ ਯੁੱਗ ਤੋਂ ਅਸੀਂ ਇਗਨੋਰੈਂਸ ਦੇ ਕਾਰਨ, ਅਗਿਆਨਤਾ ਦੇ ਕਾਰਨ
ਪੰਜ ਵਿਕਾਰਾਂ ਦੇ ਵਸ਼ੀਭੂਤ ਹੋ ਕਰਕੇ ਕੋਈ ਨਾ ਕੋਈ ਇਹੋ ਜਿਹਾ ਕਰਮ ਕਰਦੇ ਰਹੇ, ਵਿਕਰਮ ਜਿਸ ਨੂੰ ਕਿਹਾ ਜਾਂਦਾ ਹੈ, ਅਤੇ ਵਿਕਰਮ ਦਾ ਜਿਹੜਾ ਰਿਜ਼ਲਟ ਹੈ ਉਹ ਦੁੱਖ ਹੈ, ਅਸ਼ਾਂਤੀ ਹੈ। ਅਤੇ ਇਸ ਕਰਕੇ ਮਨ 'ਚ ਵੀ ਇਹੋ ਜਿਹੇ ਖਿਆਲਾਤ ਆਉਣਗੇ, ਵਿਵਹਾਰ 'ਚ ਵੀ ਉਹ ਪੰਜ ਵਿਕਾਰਾਂ ਦੇ ਵਸ਼ ਮਨ ਚਲੇਗਾ ਅਤੇ ਉਹ ਵਿਵਹਾਰ 'ਚ ਵੀ ਆਏਗਾ। ਗੁੱਸਾ ਆ ਜਾਏਗਾ, ਕਿਸੇ ਨੂੰ ਥੱਪੜ ਲਗਾ ਦਿਆਂਗੇ, ਔਰ ਹੋਰ ਵੀ ਕਈ ਗੱਲਾਂ ਹੁੰਦੀਆਂ ਹੀ, ਜਿਹਦੇ ਵਾਸਤੇ ਸ਼੍ਰੀਮਦ ਭਗਵਤ ਗੀਤਾ 'ਚ ਵੀ ਇਹ ਸ਼ਬਦ ਆਉਂਦੇ ਨੇ, ਗੁਰਬਾਣੀ 'ਚ ਵੀ ਆਉਂਦੇ ਨੇ ਕਿ ਕਾਮ, ਕ੍ਰੋਧ ਔਰ ਲੋਭ ਇਹ ਮਨੁੱਖ ਦੇ ਮਹਾਵੈਰੀ ਹੈਗੇ ਆ। ਇਹਦੇ ਕਾਰਨ ਹੀ ਮਨੁੱਖ ਆਤਮਾ ਦੀ ਜਿਹੜੀ ਹਾਲਤ ਇਹੋ ਜਿਹੀ ਹੋ ਜਾਂਦੀ ਹੈ, ਦੁਖੀ ਰਹਿੰਦੇ ਨੇ, ਬਹੁਤ ਦੁੱਖ ਪਾਉਂਦੇ ਨੇ। ਔਰ ਜਦੋਂ ਸਾਨੂੰ ਈਸ਼ਵਰੀ ਗਿਆਨ ਮਿਲਦਾ ਹੀ, ਪਰਮਾਤਮਾ ਦਾ ਗਿਆਨ ਮਿਲਦਾ ਹੀ, ਗਿਆਨ ਤੇ ਗੁਰਬਾਣੀ 'ਚ ਵੀ ਹੈ, ਗਿਆਨ ਸ਼੍ਰੀਮਦ ਭਗਵਤ ਗੀਤਾ 'ਚ ਵੀ ਹੈ, ਸਭ ਕੁਛ ਹੈ। ਲੇਕਿਨ ਕਦੀ ਕਿਸੇ ਨੇ ਸਾਨੂੰ ਇਹ ਸਮਝਾਇਆ ਨਹੀਂ ਕਿ ਅਸੀਂ ਉਸ ਗਿਆਨ ਨੂੰ ਆਪਣੇ ਜੀਵਨ 'ਚ ਕਿਸ ਤਰ੍ਹਾਂ ਲਿਆਈਏ। ਅਤੇ ਜਦੋਂ ਸਵਯੰ ਪਰਮ ਪਿਤਾ ਪਰਮਾਤਮਾ ਸ਼ਿਵ ਬ੍ਰਹਮਾ ਬਾਬਾ ਦੇ ਜ਼ਰੀਏ ਆ ਕਰਕੇ ਸਾਡੇ ਨਾਲ ਗੱਲ ਕਰਦੇ ਨੇ, ਸਾਨੂੰ ਸਮਝਾਉਂਦੇ ਨੇ, ਔਰ ਬੜੇ ਪਿਆਰ ਨਾਲ ਸਮਝਾਉਂਦੇ ਨੇ, ਮੀਠੇ ਮੀਠੇ ਸਿੱਕਿਲੇ ਦੇ ਬੱਚੇ ਕਹਿ ਕਰਕੇ, ਔਰ ਫਿਰ ਸਮਝਾਉਂਦੇ ਨੇ ਕਿ ਤੁਸੀਂ ਮੇਰੀ ਸੰਤਾਨ ਹੋਣ ਦੇ ਨਾਤੇ ਬਾਪ ਸਮਾਨ ਹੋ। ਦੇਖੋ ਤਾਂ ਇੱਕ ਆਊਟਲੁੱਕ ਚੇਂਜ ਹੋ ਜਾਂਦੀ ਇਹਦੇ 'ਚ, ਦ੍ਰਿਸ਼ਟੀਕੋਣ ਹੀ ਬਦਲ ਜਾਂਦਾ ਹੀ। ਕਿੱਥੇ ਤੇ ਅਸੀਂ ਆਪਣੇ ਆਪ ਨੂੰ ਭਗਵਾਨ ਦੀ ਜਾਂ ਮਹਾਤਮਾ ਦੀ, ਉਹਨਾਂ ਦੇ ਚਰਨਾਂ ਦੀ ਧੂਲ ਆਪਣੇ ਆਪ ਨੂੰ ਸਮਝਦੇ ਸੀ। ਲੇਕਿਨ ਪਰਮਾਤਮਾ ਪਿਤਾ ਸਾਨੂੰ ਯਾਦ ਦਿਲਾਉਂਦਾ ਹੈ ਕਿ ਤੁਸੀਂ ਸਭ ਜਿਤਨੇ ਵੀ ਆਤਮਾ ਹੈਗੇ ਹੋ, ਤੁਸੀਂ ਮੇਰੇ ਅਨਾਦਿ ਅਵਿਨਾਸ਼ੀ ਸੰਤਾਨ ਹੈਗੇ ਹੋ। ਲੇਕਿਨ ਅਗਿਆਨ ਦੇ ਕਾਰਨ ਦੁਆਪਰ ਕਲਯੁਗ 'ਚ ਜੋ ਕੁਛ ਕਰਮ ਕੀਤੇ ਨੇ, ਉਹਨਾਂ 'ਚ ਕਾਫੀ ਅੱਛੇ ਵੀ ਕੀਤੇ ਹੈ। ਐਸਾ ਵੀ ਨਹੀਂ ਕਿ ਸਾਰੇ ਹੀ ਕਰਮ ਕੋਈ ਵਿਕਰਮ ਹੀ ਕੀਤੇ ਹੈ, ਅੱਛੇ ਵੀ ਕੀਤੇ ਹੈ, ਬਹੁਤ ਕੁਛ ਅੱਛਾ ਕੀਤਾ ਹੋਏਗਾ। ਤੁਸੀਂ ਸਕੂਲ ਬਣਾਏ ਹੋਣਗੇ, ਕਾਲਜ ਬਣਾਏ ਹੋਣਗੇ, ਹਸਪੀਟਲ ਬਣਾਏ ਹੋਣਗੇ, ਗਰੀਬਾਂ ਦੀ ਸੇਵਾ ਕੀਤੀ ਹੋਏਗੀ, ਸਭ ਕੁਛ ਹੋਏਗਾ। ਲੇਕਿਨ ਉਹਦੇ ਨਾਲ ਨਾਲ ਇਹ ਪੰਜ ਵਿਕਾਰਾਂ ਦੇ ਵਸ਼ ਹੋ ਕਰਕੇ ਅਗਰ ਕੋਈ ਕਰਮ ਕੀਤੇ ਆ ਤਾਂ ਉਹ ਵਿਕਰਮ ਵੀ ਹੋਏ ਨੇ। ਅਤੇ ਜਦੋਂ ਪਰਮਾਤਮਾ ਸਵਯੰ ਆ ਕਰਕੇ ਫਿਰ ਆਪਣਾ ਪਰਿਚੈ ਦਿੰਦੇ ਆ ਔਰ ਸਾਨੂੰ ਯਾਦ ਦਿਲਾਉਂਦੇ ਆ ਕਿ ਤੁਸੀਂ ਮੇਰੇ ਅਨਾਦਿ ਅਵਿਨਾਸ਼ੀ ਰੂਹਾਨੀ ਬੱਚੇ ਹੈਗੇ ਹੋ। ਆਤਮਾ ਰੂਪ 'ਚ ਆਤਮਾ ਅਨਾਦਿ ਹੈ, ਅਵਿਨਾਸ਼ੀ ਹੈ, ਇਹ ਕਦੀ ਮਰਦੀ ਨਹੀਂ ਹੈ ਔਰ ਪੁਨਰ ਜਨਮ ਲੈਂਦੀ ਹੈ। ਕਰਮ ਕਰਦੇ ਆ, ਕਰਮ ਦਾ ਫਲ ਮਿਲਦਾ ਹੀ, ਔਰ ਉਸ ਕਰਕੇ ਜਨਮ ਹੁੰਦਾ ਹੀ। ਔਰ ਇਸ ਕਰਕੇ ਇਹ ਪੱਕਾ ਕਰਨਾ ਚਾਹੀਦਾ ਹੈ ਕਿ ਅਸੀਂ ਜਦੋਂ ਗਿਆਨ ਨਹੀਂ ਸੀ ਤਾਂ ਠੀਕ ਹੈ, ਜੋ ਕੁਛ ਵੀ ਹੋ ਗਿਆ ਹੋ ਗਿਆ। ਲੇਕਿਨ ਹੁਣ ਗਿਆਨ ਜਦੋਂ ਸਾਨੂੰ ਮਿਲ ਰਿਹਾ ਹੀ, ਪਰਮਾਤਮਾ ਦਾ ਸਾਨੂੰ ਪਰਿਚੈ ਮਿਲ ਰਿਹਾ ਹੀ, ਉਹਨਾਂ ਦੀ ਇਹ ਸਿਕਸ਼ਾ ਮਿਲ ਰਹੀ ਹੈ ਕਿ ਅਸੀਂ ਉਹਨਾਂ ਦੀ ਯੋਗ ਸੰਤਾਨ ਬਣੀਏ। ਹਰ ਬਾਪ, ਹਰ ਮਾਂ ਇਹੀ ਚਾਹੁੰਦੇ ਨੇ ਮੇਰਾ ਬੇਟਾ ਜਾਂ ਮੇਰੀ ਬੇਟੀ ਬਹੁਤ ਅੱਛੀ ਸਮਝ ਵਾਲੇ ਹੋਣ, ਬਹੁਤ ਹੀ ਅੱਛੇ ਸੰਸਕਾਰ ਵਾਲੇ ਹੋਣ, ਬਹੁਤ ਹੀ ਪਿਆਰ ਭਰੀ ਆਤਮਾ ਹੋਏ। ਅਤੇ ਇਹ ਸਾਰੀਆਂ ਗੱਲਾਂ ਅੱਜ ਸਾਨੂੰ
ਬੜੀ ਸਹਿਜ ਲੱਗਦੀਆਂ ਸੀ ਕਿ ਹੁਣ ਜਦੋਂ ਪਰਮਾਤਮਾ ਪਿਤਾ ਦੇ ਨਾਲ ਸਾਡਾ ਮਨ ਲੱਗ ਜਾਂਦਾ ਸੀ ਤੇ ਉਹਨਾਂ ਦੇ ਜਿਹੜੇ ਸਾਗਰ ਸਮਾਨ ਗੁਣ ਹੈਗੇ ਆ, ਪ੍ਰੇਮ ਦਾ ਗੁਣ ਹੈ, ਸ਼ਾਂਤੀ ਦਾ ਗੁਣ ਹੈ, ਸ਼ਕਤੀ ਦਾ ਗੁਣ ਹੈ, ਉਹ ਸਾਨੂੰ ਵਰਸੇ 'ਚ ਮਿਲ ਜਾਂਦੇ ਆ। ਵਰਸੇ 'ਚ ਮਿਲਣ ਕਰਕੇ ਸਾਨੂੰ ਇਤਨੀ ਸਿਰਫ ਮਿਹਨਤ ਕਰਨੀ ਪੈਂਦੀ ਹੈ ਕਿ ਆਪਣੇ ਆਪ ਨੂੰ ਇਹ ਦੇਹ ਨਾ ਸਮਝੋ। ਦੇਹ ਤੇ ਮਿੱਟੀ ਹੈ। ਤੁਸੀਂ ਜਾਣਦੇ ਹੋ ਜਦੋਂ ਆਤਮਾ ਸਰੀਰ ਤੋਂ ਬਾਹਰ ਚਲ ਜਾਂਦੀ ਤੇ ਕੀ ਰਹਿ ਜਾਂਦਾ ਜੀ? ਮਿੱਟੀ ਦਾ ਪੁਤਲਾ ਰਹਿ ਜਾਂਦਾ ਜੀ। ਤੇ ਇਸ ਕਰਕੇ ਤੁਸੀਂ ਅਗਰ ਆਪਣੇ ਆਪ ਨੂੰ ਪੱਕਾ ਕਰਦੇ ਰਹੋ, ਮੈਂ ਸ਼ੁੱਧ ਆਤਮਾ, शांत स्वरूप आत्मा, प्रेम स्वरूप आत्मा और परमात्मा शिव दी संतान, अनादि अविनाशी संतान, उन्हां दा वारस हैगा है। ते परमात्मा दे जिहड़े इतने गुण हैगे आ, सागर समान गुण हैगे आ, उन्हां दा मैं अधिकारी बन जाना। ਤੇ ਤੁਸੀਂ ਜਦ ਤੁਹਾਡੇ ਅੰਦਰ ਜਦੋਂ ਈਸ਼ਵਰੀ ਸੰਸਕਾਰ ਭਰਨੇ ਸ਼ੁਰੂ ਹੋ ਜਾਣਗੇ ਤੇ ਫਿਰ ਤੁਹਾਡੇ ਵਿਵਹਾਰ 'ਚ ਵੀ ਉਹ ਸ਼ੁੱਧੀ ਹੋ ਜਾਏਗੀ ਔਰ ਤੁਹਾਡੇ ਸੁਪਨ ਵੀ ਬੜੇ ਸੁੰਦਰ ਹੋ ਜਾਣਗੇ। ਜੀ ਭਾਜੀ, ਤੁਸੀਂ ਆਤਮਾ ਦੇ ਸੰਸਕਾਰ ਦੀ ਤੇ ਨਾਲੇ ਸਰੀਰ ਦੀ ਗੱਲ ਕੀਤੀ, ਤੇ ਆਤਮਾ ਦੇ ਸੰਸਕਾਰ ਔਰ ਸਰੀਰ ਦੀ ਜਿਹੜੀ ਸਥਿਤੀ ਹੈ, ਕਿਆ ਇਹ ਦੋਨੋਂ एक संबंध च है या दोनों का अभिप्राय या जिहड़ा प्रभाव है अलग अलग है? ये तुसी जानते हो कि जो देह अभिमान है तो देह अभिमान का कारण की है? स्वयं नू आत्मा निश्चय नहीं करते तो देह अभिमान है तो फिर बाकी भी जो बुराइयां वो आ जांदियां हैं। तो पहली गल है अपने आप को याद दिलाना पैंदा है कि असी देही अभिमानी बनीए। देही अभिमानी माना आत्म स्वरूप च अपने आप को स्थित करिए, आत्म अभिमानी बनीए, स्वयं को आत्मा निश्चय करिए। और जदों असी अपने आप को आत्मा निश्चय करांगे तो सानू ये पक्का रहेगा कि असी परमात्मा की संतान हैगे। तो परमात्मा पिता की संतान वो तो बहुत ही सुशील, बहुत ही सुंदर विचारां वाले और बहुत ही सभ्यता वाले होंगे जी। ते साडा जिहड़ा हिसाब किताब है, क्या इत्थे समाप्त होके परम धाम जाऊंगे या फिर सतयुग च साडा नया हिसाब किताब बनूंगा, या इत्थे ही अपना हिसाब किताब बना के सतयुग च नहीं? इस कलप कलयुग के अंत ताईं जी जो कुछ भी हिसाब किताब है वो इत्थे ख़त्म करके और वापस परम धाम जाना ही। जदों असी फिर सतयुग च दोबारा आके जन्म लांगे सानू कुछ भी पिछले कलप का याद नहीं रहेगा। वो नई शुरुआत होंदी है। ਉਹਦੇ 'ਚ कोई पुरानी गल्लां नहीं, कोई पुराना हिसाब किताब नहीं, कोई पुरानी कोई आदत नहीं, कुछ नहीं, बिल्कुल निरसंकल्प और देवता स्वरूप चा करके दैवी संस्कार अपने जिहड़े है ਉਹਦੇ अनुसार तुहाडी एक्टिविटी फिर शुरू हो जाएगी। मतलब सतयुग च साडे हिसाब किताब नए बनूंगे? हिसाब किताब कोई बनता ही नहीं है, कर्म अकर्म होंदे। कर्म अकर्म होंदे। जी 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 जी। तो परम धाम च जिहड़ा कर्म क्षेत्र नहीं हुंदा? ना, परम धाम ते रेस्ट वास्ते घर जिस तरह जाईदा ते अपने घर च आराम करीदा ही। उत्थे कितने समय वास्ते असी रुक सकदे? साडी आत्मा कितने समय वास्ते रुकती? इट डिपेंड्स। एक हीरो एक्टर हुंदा ही जी, वो किन्ना चिर रहिंदा ही घर स्टेज ते, किन्ना टाइम रहिंदा ही शुरू तो लैके अंत ताईं। और कोई एक्सट्राज हुंदे आ तो वो थोड़ा देर नाल आउंदे आ और जल्दी चले जांदे आ। जी इत्थों तुसीं समझ सकदे हो कि तुसीं
ਕਿਹੋ ਜਿਹੇ ਐਕਟਰ ਬਣਨਾ ਹੈ। ਤਾਂ ਪਰਮ ਧਾਮ ਚ ਅਸੀਂ ਕੋਈ ਪਾਰਟ ਨਹੀਂ ਵਜਾ ਸੀ ਇੱਕ ਬਿੰਦੂ ਸਮਾਨ ਜਾਂ ਫਿਰ ਉੱਥੇ ਆਪਣੇ ਪੀਸਫੁਲ ਜੋ ਸਾਡੀ ਨੇਚਰ ਹੈ, ਆਤਮਾ ਦਾ ਜਿਹੜਾ ਸ਼ਾਂਤ ਸੋ ਧਰਮ ਹੈ, ਉਹਦਾ ਅਨੁਭਵ ਰਹਿੰਦਾ ਉੱਥੇ। ਬਾਕੀ ਕੋਈ ਐਕਟੀਵਿਟੀ ਤੇ ਹੈ ਨਹੀਂ ਉੱਥੇ। ਐਕਟੀਵਿਟੀ ਤੇ ਸਰੀਰ ਦੇ ਜ਼ਰੀਏ ਹੈਗੀ ਹੈ, ਭਾਵੇਂ ਉਹ ਫਰਿਸ਼ਤਾ ਸਰੂਪ ਚ ਹੋਏ, ਭਾਵੇਂ ਦੇਵਤਾ ਸਰੂਪ ਚ ਹੋਏ, ਔਰ ਭਾਵੇਂ ਫਿਰ ਮਨੁਸ਼ ਆਰਡੀਨਰੀ ਸਰੀਰ ਚ ਹੋਏ। ਜੀ ਜੀ ਭਾਜੀ, ਅੱਜ ਤੁਸੀਂ ਸਾਨੂੰ ਪਰਮ ਧਾਮ ਦੀ ਥੋੜੀ ਗੱਲਾਂ ਦੱਸੀ ਤੇ ਸਤਯੁਗ ਚ ਜਿਹੜਾ ਹਿਸਾਬ ਕਿਤਾਬ ਜਿਹਾ ਇੱਥੇ ਦੇ ਜਿਹੜਾ ਹਿਸਾਬ ਕਿਤਾਬ ਹੈ ਉਹਦੇ ਬਾਰੇ ਚ ਗੱਲ ਦੱਸੀ। ਆਤਮਾ ਦੇ ਸੰਸਕਾਰ ਔਰ ਸਰੀਰ ਦੇ ਬਾਰੇ ਚ ਵੀ ਤੁਸੀਂ ਨਵੀਂ ਗੱਲਾਂ ਦੱਸੀ। ਸਤਿਗੁਰੂ ਕਰਤਾ ਪੁਰਖ ਚ ਤੁਸੀਂ ਇੱਦਾਂ ਹੀ ਆਉਂਦੇ ਰਹਾ ਕਰੋ। ਤੁਹਾਡਾ ਬਹੁਤ ਬਹੁਤ ਇਹ ਮੇਰਾ ਧੰਨਵਾਦ ਸੁਭਾਗਿਆ ਹੈ, ਮੈਨੂੰ ਇਹ ਸੇਵਾ ਦਾ ਮੌਕਾ ਮਿਲ ਰਿਹਾ, ਬਹੁਤ ਅੱਛੀ ਗੱਲ ਹੈ। ਜੀ। ਹਾਂਜੀ। ਓਮ ਓਮ ਸ਼ਾਂਤੀ। ਸ਼ਾਂਤੀ।